ਸੋ ਸਭ ਤੋਂ ਪਹਿਲਾਂ ਅਸੀਂ ਇੰਟਰੋਡਿਊਸ ਉਹਨਾਂ ਸ਼ਖਸੀਅਤਾਂ ਨੂੰ ਕਰਾਉਣਾ ਚਾਹਾਂਗੇ ਜਿਹੜੇ ਕਿ ਸਿਹਤ ਦੇ ਖੇਤਰ ਵਿੱਚ ਵੱਡਾ ਯੋਗਦਾਨ ਹੁਣ ਤੱਕ ਪਾਉਂਦੇ ਰਹੇ ਆ, ਭਾਵੇਂ ਕਿ ਗੁਪਤ ਰੋਗਾਂ ਸੰਬੰਧੀ ਹੋਣ ਜਾਂ ਫਿਰ ICU ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ 'ਚ ਜਿਹੜੇ ਪੇਸ਼ੈਂਟ ਆਉਂਦੇ ਆ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਕਵਰ ਕਰਨਾ ਹੈ, ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਅਮਿਤ ਸੌਫਟ ਜੀ, ਤੁਹਾਡਾ ਸ਼ੁਕਰੀਆ ਸਰ, ਤੁਸੀਂ ਆਏ ਹੋ, ਤੇ ਨਾਲ ਹੀ ਜਤਿੰਦਰ ਮਲਹੋਤਰਾ ਜੀ ਤੇ ਦੀਪਕ ਅਰੋੜਾ ਜੀ, ਤੁਹਾਨੂੰ ਵੀ ਸਿਗਨਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਮੇਰਾ ਸਵਾਲ ਅਮਿਤ ਜੀ ਤੁਹਾਨੂੰ ਰਹੇਗਾ ਕਿ ਕਿੱਡਾ ਕੁ ਵੱਡਾ ਚੈਲੰਜ ਹੁੰਦਾ ਜਦੋਂ ਇੱਕ ਮਰੀਜ਼ ਬਿਲਕੁਲ ਜ਼ਿੰਦਗੀ ਅਤੇ ਮੌਤ ਦੀ ਜਿੱਥੇ ਜੰਗ ਲੜਦਾ ਹੈ ਤਾਂ ਉੱਥੇ ਹੀ ਅਮਿਤ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ IVF ਨੂੰ ਲੈ ਕੇ ਵੱਡੀ ਜਿਹੜੀ ਉਹ ਚਰਚਾ ਹੁੰਦੀ ਰਹਿੰਦੀ ਹੈ। ਸਭ ਤੋਂ ਵੱਡਾ ਚੈਲੰਜ ਤਾਂ ਉਦੋਂ ਸ਼ੁਰੂ ਹੋ ਜਾਂਦਾ ਹੈ ਬਿਕੋਜ਼ ਜਦੋਂ ਤੁਸੀਂ ICU 'ਚ ਕੰਮ ਕਰਦੇ ਹੋ, ਤੁਹਾਡੇ ਕੋਲ ਜਿਹੜਾ ਵੀ ਪੇਸ਼ੈਂਟ ਜਿਸ ਵੀ ਕੰਡੀਸ਼ਨ 'ਚ ਆਉਂਦਾ ਹੈ ਤੁਸੀਂ ਉਸ ਤੋਂ ਟਰੀਟਮੈਂਟ ਸਟਾਰਟ ਕਰਦੇ ਹੋ। ਫੋਰ ਐਗਜ਼ਾਮਪਲ ਉਹ ਪੇਸ਼ੈਂਟ, ਮੈਂ ਅੰਮ੍ਰਿਤਸਰ 'ਚ ਮੇਰਾ ਹਸਪੀਟਲ ਹੈ, ਪੇਸ਼ੈਂਟ ਗੁਰਦਾਸਪੁਰ ਤੋਂ ਕੋਈ ਪ੍ਰੋਬਲਮ ਨਾਲ ਤੁਰਿਆ, ਕੋਈ ਵੀ ਪ੍ਰੋਬਲਮ, ਚਾਹੇ ਉਹਨੂੰ ਦਿਮਾਗੀ ਹੈ, ਚਾਹੇ ਕਾਰਡੀਅਕ ਹੈ, ਚਾਹੇ ਕੋਈ ਪੋਇਜ਼ਨ ਹੈ, ਕਿਡਨੀ ਹੈ, ਕੋਈ ਵੀ ਕਿਸੇ ਕਿਸਮ ਦੇ ਆਰਗਨ ਦੀ ਪ੍ਰੋਬਲਮ ਹੈ, ਅਗਰ ਉੱਥੋਂ ਤੁਰਨ ਲੱਗਿਆ ਤੇ ਸਾਡੇ ਕੋਲ ਪਹੁੰਚਣ ਲੱਗਿਆ ਫੋਰ ਐਗਜ਼ਾਮਪਲ 1 ਘੰਟੇ ਦਾ ਰਸਤਾ ਹੈਗਾ, ਉਹ ਰਸਤੇ 'ਤੇ ਅਗਰ ਅਸੀਂ ਆਪਣੀ ਨਜ਼ਰ ਰੱਖਾਂਗੇ, ਉਹਨਾਂ ਨੂੰ ਵੀ ਮੁੱਢਲੀ ਸਿੱਖਿਆ ਦਿਆਂਗੇ ਜਿੱਥੋਂ ਪੇਸ਼ੈਂਟ ਤੁਰਨਾ ਹੈ। ਹਰ ਇੱਕ ਨੂੰ ਤਾਂ ਦੇ ਨਹੀਂ ਸਕਦੇ, ਲੇਕਿਨ ਕੁਝ ਹਸਪੀਟਲਸ ਜਿੱਥੋਂ ਤੁਹਾਡੇ ਪੇਸ਼ੈਂਟਸ ਆਉਂਦੇ ਆ ਉਹਨਾਂ ਨੂੰ ਦਿੱਤੀ ਜਾਵੇ ਕਿ ਅਗਰ ਪੇਸ਼ੈਂਟ ਉੱਥੋਂ ਤੁਰਨਾ ਹੈ, ਟਰਾਂਸਪੋਰਟੇਸ਼ਨ ਕਿਸ ਤਰ੍ਹਾਂ ਕਰਨੀ ਹੈ, ਉੱਥੇ ਮੁੱਢਲੀ ਸਹਾਇਤਾ, ਪ੍ਰਾਇਮਰੀ ਟਰੀਟਮੈਂਟ ਕਿਸ ਤਰ੍ਹਾਂ ਕਰਨਾ ਹੈ। ਅਗਰ ਤੁਹਾਡੇ ਕੋਲ ਕੁਝ ਰਿਵਰਸੀਬਲ ਪੇਸ਼ੈਂਟ ਤੁਰੇਗਾ ਤਾਂ ਸਾਡੀਆਂ ਜਿਹੜੀਆਂ ਸੇਵਾਵਾਂ ਹੈ ਜਾਂ ਸਾਡੀ ਸਿੱਖਿਆ ਹੈ ਜਾਂ ਸਾਡੀ ਜਿਹੜੀ ਐਜੂਕੇਸ਼ਨ ਹੈ ਅਸੀਂ ਉੱਤੇ ਲਗਾ ਪਾਵਾਂਗੇ ਤੇ ਪੇਸ਼ੈਂਟ ਸਾਡੇ ਤੱਕ ਪਹੁੰਚਣ ਲੱਗਿਆ ਇਰਰਿਵਰਸੀਬਲ ਹੋ ਜਾਏਗਾ। ਲਾਈਕ ਜੇ ਆਕਸੀਜਨ ਰਸਤੇ 'ਚ ਲਗਾ ਕੇ ਆਉਣੀ ਹੈ ਜਾਂ ਕੋਈ ਐਸੀਆਂ ਮੈਡੀਸਿਨ ਰਸਤੇ 'ਚ ਲਗਾ ਕੇ ਆਉਣੀ ਹੈ ਜਿਹਦੇ ਨਾਲ ਸਾਡੇ ਕੋਲ ਕੁਝ ਰਿਵਰਸੀਬਲ ਕੰਡੀਸ਼ਨ 'ਚ ਪਹੁੰਚ ਜਾਏਗਾ ਤੇ ਅਸੀਂ 100% ਤਾਂ ਕੋਈ ਹੁੰਦਾ ਨਹੀਂ ਹੈ ਮੈਡੀਕਲ 'ਚ, ਲੇਕਿਨ ਅਸੀਂ ਕਾਫੀ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਉਹਨੂੰ ਰਿਵਰਸ ਕਰ ਦਿਆਂਗੇ ਜਾਂ ਜਿੰਦਾ ਕਰ ਦਿਆਂਗੇ। ਲੇਕਿਨ ਪੇਸ਼ੈਂਟ ਦੀ ਅਗਰ ਫੋਰ ਐਗਜ਼ਾਮਪਲ ਰਸਤੇ 'ਚ 1 ਘੰਟੇ ਰਸਤੇ ਗੁਰਦੇ ਫੇਲ ਹੋ ਜਾਣ, ਗੁਰਦੇ ਫੇਲ ਦਾ ਵੀ ਇਲਾਜ ਸਾਡੇ ਕੋਲ ਹੋ ਸਕਦਾ ਹੈ, ਜਾਂ ਹਾਰਟ ਹੀ ਕਾਰਡਿਕ ਅਰੈਸਟ ਹੋ ਜਾਏ, ਜਾਂ ਬ੍ਰੇਨ ਡੈਮੇਜ ਹੋ ਜਾਏ ਆਕਸੀਜਨ ਦੀ ਕਮੀ ਕਰਕੇ, ਜਾਂ ਬਲੱਡ ਪ੍ਰੈਸ਼ਰ ਦੀ ਬਿਲਕੁਲ ਜ਼ੀਰੋ ਹੋ ਜਾਏ ਔਰ ਕਮੀ ਕਰਕੇ ਬ੍ਰੇਨ ਡੈਮੇਜ ਹੋ ਜਾਏ, ਫਿਰ ਸਾਡੇ ਕੋਲ ਪੇਸ਼ੈਂਟ ਆ ਤੇ ਜਾਂਦਾ ਹੈ। ਡਾਕਟਰ ਸਾਹਿਬ, ਹਾਦਸੇ ਬਹੁਤ ਹੁੰਦੇ ਹੈ। ਦੇਖੋ ਤੁਸੀਂ ਉਸ ਚੀਜ਼ ਦਾ ਜ਼ਿਕਰ ਕੀਤਾ ਕਿ ਅਸੀਂ ਕਿਵੇਂ ਮਰੀਜ਼ ਨੂੰ ਰਿਕਵਰ ਕਰਦੇ ਹਾਂ। ਦੇਖੋ ਜਦੋਂ ਕੋਈ ਹਾਦਸਾ ਹੁੰਦਾ ਹੈ ਉਸ ਵੇਲੇ ਸਭ ਤੋਂ ਵੱਡੀ ਟੈਂਸ ਸਿਚੁਏਸ਼ਨ ਇਹ ਹੁੰਦੀ ਹੈ ਕਿ ਲੋਕ ਉਹਨਾਂ ਮਰੀਜ਼ਾਂ ਨੂੰ ਦੇਖਣ ਦੀ ਬਜਾਏ ਉੱਥੋਂ ਚਲੇ ਜਾਂਦੇ ਨੇ। ਲੋਕਾਂ ਦੀ ਆਪਣੀ ਮਾਨਸਿਕਤਾ, ਹਾਲਾਂਕਿ ਲੋਕਾਂ ਨੂੰ ਵੀ ਅਸੀਂ ਸੰਦੇਸ਼ ਬਹੁਤ ਵਾਰ ਦਿੰਦੇ ਹਾਂ, ਪਰ ਵੱਡੀ ਗੱਲ ਇੱਥੇ ਇਹ ਹੈ ਜਦੋਂ ਹਾਦਸਾ ਹੋ ਜੇ ਕਿਸ ਤਰੀਕੇ ਦੀ ਅਸੀਂ ਸਿਚੁਏਸ਼ਨ ਦੇਖੀਏ, ਕਿਸ ਤਰੀਕੇ ਨਾਲ ਜਿਹੜੇ ਮਰੀਜ਼ਾਂ ਨੂੰ ਰਿਕਵਰ ਕਰਨ ਦੀ ਕੀ ਕੋਸ਼ਿਸ਼ ਮੌਕੇ 'ਤੇ ਕਰਨੀ ਚਾਹੀਦੀ ਹੈ, ਕਿਉਂਕਿ ਐਂਬੂਲੈਂਸ ਆਉਣ ਨੂੰ ਵੀ ਬਹੁਤ ਸਮਾਂ ਲੱਗ ਜਾਂਦਾ ਸਮ ਟਾਈਮ। ਪਿਛਲੇ ਕੁਝ ਸਾਲਾਂ ਤੋਂ ਐਂਬੂਲੈਂਸ ਆਉਣ ਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਦਾ। ਅੱਜ ਤੋਂ ਅਗਰ ਪਿੱਛੇ ਚੱਲ ਜਾਈਏ 5-7-10 ਸਾਲ ਪਿੱਛੇ ਚੱਲ ਜਾਈਏ ਤਾਂ ਐਂਬੂਲੈਂਸ ਆਉਣ ਨੂੰ ਘੰਟਿਆਂ ਦੇ ਹਿਸਾਬ ਨਾਲ ਲੱਗ ਜਾਂਦਾ ਸੀ। ਜਦੋਂ ਦੀ ਸਾਡੀਆਂ 108 ਨੰਬਰ ਐਂਬੂਲੈਂਸਿਸ ਸਟਾਰਟ ਹੋਈਆਂ ਉਸ ਤੋਂ ਬਾਅਦ ਇਹ ਸਮਾਂ ਕਾਫੀ ਘੱਟ ਗਿਆ ਪਹੁੰਚਣ ਵਾਸਤੇ। ਉਹਨਾਂ ਕੋਲ ਫਾਰਮਾਸਿਸਟ ਜਾਂ ਬਹੁਤ ਸਾਰੀ ਫੈਸਿਲਿਟੀਜ਼, ਆਕਸੀਜਨ ਐਂਡ ਆਲ ਸਭ ਕੁਝ ਅੰਦਰ ਹੀ ਅਵੇਲੇਬਲ ਹੁੰਦਾ ਹੈ, ਉਹ ਪਹੁੰਚਾ ਦਿੰਦੀ ਹੈ ਤੁਹਾਨੂੰ ਕਿਸੇ ਨੇ ਨੀਅਰੈਸਟ ਹਸਪੀਟਲ ਵਾਸਤੇ। ਫਿਰ ਵੀ ਸਾਨੂੰ ਵੀ ਐਜ਼ ਏ ਡਾਕਟਰ, ਸਾਨੂੰ ਵੀ ਐਜ਼ ਏ ਸਪੈਸ਼ਲਿਸਟ ਚਾਹੀਦਾ ਹੈ ਕਿ ਸਕੂਲਾਂ 'ਚ ਜਾਂ ਫਿਰ ਇਹੋ ਜਿਹੀਆਂ ਚੀਜ਼ਾਂ 'ਚ ਐਜੂਕੇਸ਼ਨ ਦੇਣੀ ਚਾਹੀਦੀ ਹੈ ਕਿ ਮੌਕੇ 'ਤੇ ਕੋਈ ਗੰਭੀਰ ਐਕਸੀਡੈਂਟ ਹੋ ਗਿਆ ਹੈ ਜਿਹਦੇ 'ਚ ਕੋਈ ਹੈਡ ਇੰਜਰੀ ਹੋ ਗਈ ਹੈ ਜਾਂ ਪੇਸ਼ੈਂਟ ਅਨਕੌਂਸ਼ੀਅਸ ਹੋ ਗਿਆ ਹੈ, ਉਹਦਾ ਏਅਰਵੇ ਕਿੱਦਾਂ ਮੈਨੇਜ ਕਰਨਾ ਹੈ ਉਸ ਵੇਲੇ। ਬਿਕੋਜ਼ ਉੱਥੇ ਜਿਹੜੇ 5 ਮਿੰਟ ਲਗਾਏ ਗਏ ਆ ਨਾ, ਉਹ ਪੇਸ਼ੈਂਟ ਦੀ ਲਾਈਫ ਐਂਡ ਡੈਥ 'ਤੇ ਜ਼ਿਆਦਾ ਡਿਪੈਂਡ ਕਰਦੀ ਹੈ ਐਜ਼ ਕੰਪੇਅਰ ਟੂ ਕਿ ਮੇਰੇ ਕੋਲ ICU 'ਚ ਪੇਸ਼ੈਂਟ ਪਹੁੰਚਣ ਤੋਂ ਬਾਅਦ ਮੈਂ ਉਹਦੇ ਨਾਲ ਕੀ ਕੀਤਾ। ਬਿਕੋਜ਼ ਸਾਡੇ ਕੋਲ ਅਗਰ ਠੀਕ ਹਾਲਤ 'ਚ ਪਹੁੰਚ ਜਾਏਗਾ, ਰਿਵਰਸੀਬਲ 'ਚ ਪਹੁੰਚੇਗਾ ਤਾਂ ਅਸੀਂ ਡੈਫੀਨੇਟਲੀ ਉਹਨੂੰ ਅਸੀਂ ਆਲਮੋਸਟ 100% ਠੀਕ ਕਰ ਦਿਆਂਗੇ। ਲੇਕਿਨ ਉਹ ਜਿਹੜਾ ਸਮਾਂ ਹੈ ਐਕਸੀਡੈਂਟ ਦੇ ਹੋਣ ਤੇ ਉਹ ਲੈ ਕੇ ਸਾਡੇ ਤੱਕ ਪਹੁੰਚਣ ਤੱਕ ਦਾ, ਉਹੀ ਅਸਲੀ ਕ੍ਰਿਟੀਕਲ ਟਾਈਮ ਹੈ, ਉਹੀ ਗੋਲਡਨ ਟਾਈਮ ਹੈ, ਉਹੀ ਐਕਚੁਅਲ ਟਾਈਮ ਹੈ ਜਿਹਦੇ 'ਚ ਅਸੀਂ ਪੇਸ਼ੈਂਟ ਨੂੰ ਰਿਵਰਸ ਕਰ ਸਕਦੇ ਹਾਂ। ਉਹਨੂੰ ਪਹੁੰਚਾਉਣਾ ਕਿਸ ਤਰ੍ਹਾਂ ਹੈ, ਉੱਥੋਂ ਹੜਬੜੀ 'ਚ ਕਿਸੇ ਤਰੀਕੇ ਨਾਲ ਵੀ ਉਹਦਾ ਏਅਰਵੇ ਮੈਨੇਜਮੈਂਟ ਕੀਤੇ ਬਗੈਰ, ਆਕਸੀਜਨ ਲਾਏ ਬਗੈਰ, ਉਹਦੀਆਂ ਸਾਰੀਆਂ ਚੀਜ਼ਾਂ ਕੀਤੇ ਬਗੈਰ ਅਗਰ ਅਸੀਂ ਪਹੁੰਚਾ ਵੀ ਦਿੱਤਾ ਔਰ ਰਿਵਰਸੀਬਲ ਨਾ ਹੋਇਆ ਤਾਂ ਫਿਰ ਸਾਡਾ ਵੀ ਐਜ਼ ICU ਸਪੈਸ਼ਲਿਸਟ ਉਹਨਾਂ ਰੋਲ ਨਹੀਂ ਰਹਿ ਜਾਂਦਾ। ਡਾਕਟਰ ਜਤਿੰਦਰ ਮਲਹੋਤਰਾ, ਕ੍ਰਿਟੀਕਲ ਜਿਹੜੀ ਹੈਗੀ ਹੈ ਸਰਵਿਸ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਕਾਫੀ ਗੱਲ ਹੁੰਦੀ ਹੈ, ਅਤੇ ਉਸ 'ਚ ਆਪਾਂ ਨੂੰ ਕਿਸ ਤਰ੍ਹਾਂ ਜਿਹੜਾ ਪੇਸ਼ੈਂਟ ਆ ਉਹਨੂੰ ਕਰ ਸਕਦੇ ਹਾਂ ਕਿ ਜਿਹੜਾ ਪੇਸ਼ੈਂਟ ਹੈ ਘਰ ਰੱਖੀ ਹੈ ਜਾਂ ਹਸਪੀਟਲਾਈਜ਼ ਕੀਤੀ ਹੈ। ਮੈਂ ਪਿਛਲੇ ਕੋਈ 25 ਸਾਲਾਂ ਤੋਂ ਇਸ ਕ੍ਰਿਟੀਕਲ ਕੇਅਰ ਦੀ ਹੀ ਪੋਜੀਸ਼ਨ 'ਚ ਹਾਂ, ਲੇਕਿਨ ਸ਼ੁਰੂ ਤੋਂ ਹੀ ਮੇਰਾ ਇੱਕ ਮਕਸਦ ਸੀ ਕਿ ਇੱਕ ਹਸਪੀਟਲ 'ਚ ਐਸਾ ਹਸਪੀਟਲ ਹੋਣਾ ਚਾਹੀਦਾ ਜਿੱਥੇ ਹਰ ਇੱਕ ਤਰ੍ਹਾਂ ਦਾ ਕ੍ਰਿਟੀਕਲ ਪੇਸ਼ੈਂਟ ਕਿਸੇ ਵੀ ਤਰ੍ਹਾਂ ਦਾ ਆ ਜਾਏ, ਸਿਰ ਤੋਂ ਲੈ ਕੇ ਪੈਰ ਤੱਕ ਕੁਝ ਵੀ ਟੁੱਟਾ ਹੋਏ, ਕੁਝ ਵੀ ਫੇਲ ਹੋਏ, ਅਸੀਂ ਉਹਨੂੰ ਰਿਵਰਸ ਕਿਸ ਤਰ੍ਹਾਂ ਕਰਨਾ ਹੈ,
ਉਹਦੇ ਲਈ ਸਾਨੂੰ ਸਾਰੀਆਂ ਫੈਸਿਲਿਟੀਜ਼ ਇੱਕ ਛੱਤ ਥੱਲੇ ਸਾਡੇ ਕੋਲ ਹੋਣੀਆਂ ਜ਼ਰੂਰੀ ਹੈ, ਚਾਹੇ ਉਹ ਬ੍ਰੇਨ ਹੈ, ਚਾਹੇ ਉਹ ਹਾਰਟ ਹੈ, ਚਾਹੇ ਉਹ ਐਬਡੋਮਨ ਹੈ, ਚਾਹੇ ਉਹ ਕਿਡਨੀ ਹੈ, ਬਿਲਕੁਲ ਲਿਵਰ ਡਾਕਟਰ ਹੈ। ਸਾਹਿਬ, ਸ਼ਾਇਦ ਇਸੇ ਕਰਕੇ ਮਰੀਜ਼ਾਂ ਨੂੰ ਜਲਦੀ ਬਚਾਇਆ ਜਾ ਸਕਦਾ ਹੈ। ਡਾਕਟਰ ਅਮਿਤ ਜੀ, ਦੇਖੋ ਸਭ ਤੋਂ ਵੱਡੀ ਜਿਹੜੀ ਚਰਚਾ ਉਹ IVF ਤੇ ਅੱਜ ਕੱਲ੍ਹ ਹੋ ਰਹੀ ਹੈ ਕਿ ਬਾਂਝਪਨ ਦੀ ਸਮੱਸਿਆ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਕਿਉਂਕਿ ਜਿਹੜੇ ਲੋਕ ਇਸ ਟੈਕਨੀਕ ਨੂੰ ਜਾਣਦੇ ਹੈ ਉਹ ਸਮਝਦੇ ਹੈ। ਆਮ ਸ਼ਬਦਾਂ ਦੇ ਵਿੱਚ ਆਮ ਲੋਕਾਂ ਨੂੰ ਕਿਸ ਤਰੀਕੇ ਨਾਲ ਅਸੀਂ ਸਮਝਾ ਸਕਦੇ ਹਾਂ? जी सत श्री अकाल जी, मेरा नाम डॉक्टर अमित सोफत है। मैं रमा सोफत हॉस्पिटल च लास्ट 23 ईयर्स प्रैक्टिस कर रहा लुधियाने विखे। मैं एक IVF स्पैशलिस्ट हैगा जी। और ਪਲੀਜ਼ ਤੁਸੀਂ ਮਾਈਕ ਨੇੜੇ ਕਰ ਲਓ ਤਾਂ ਜ਼ਿਆਦਾ ਬੈਟਰ ਹੋਏਗਾ। जी ਇੱਕ ਜੋੜੇ ਨੂੰ ਅਗਰ 1 ਸਾਲ ਤੋਂ ਇੰਟਰਕੋਰਸ ਕਰ ਰਹੇ ਹਨ, ਅਨਪ੍ਰੋਟੈਕਟਡ ਇੰਟਰਕੋਰਸ ਕਰ ਰਹੇ ਹਾਂ ਔਰ ਪ੍ਰੈਗਨੈਂਸੀ ਨਾ ਹੋਵੇ ਤਾਂ ਉਸ ਕਪਲ ਨੂੰ ਇਨਫਰਟਾਈਲ ਲੇਬਲ ਕੀਤਾ ਜਾਂਦਾ ਵਾ। ਇਹ ਇਨਫਰਟਿਲਿਟੀ ਲਗਭਗ 35% ਲੋਕਾਂ ਦੇ ਵਿੱਚ ਮੇਲ ਦੇ ਕਾਰਨਾਂ ਦੇ ਕਾਰਨ ਪਾਈ ਜਾਂਦੀ ਹੈ, 35% ਔਰਤਾਂ ਦੇ ਵਿੱਚ, ਔਰ 30% ਅਪਰੋਕਸੀਮੇਟਲੀ ਅਨਨੋਨ ਕਾਜ਼ਸ ਕਰਕੇ ਹੁੰਦੀ ਹੈ ਇਨਫਰਟਿਲਿਟੀ ਦੀ ਪ੍ਰੋਬਲਮ। ਇਸ ਦਾ ਇਨਸੀਡੈਂਸ ਪਿਛਲੇ ਕੁਝ ਸਾਲਾਂ 'ਚ ਬਹੁਤ ਜ਼ਿਆਦਾ ਵੱਧ ਗਿਆ ਹੈ। ਲਗਭਗ 10 ਤੋਂ 15% ਲੋਕ ਬਾਂਝਪਨ ਦੀ ਸਮੱਸਿਆ ਨਾਲ ਪੀੜਿਤ ਨੇ ਅੱਜ ਕੱਲ੍ਹ ਪੂਰੇ ਵਰਲਡ ਦੇ ਵਿੱਚ। ਔਰ ਇਸ ਦੇ ਪ੍ਰਮੁੱਖ ਕਾਰਨ ਹਨ ਕਿ ਪੇਸ਼ੈਂਟਸ ਦੇ ਲਾਈਫ ਸਟਾਈਲਸ ਦੇ ਵਿੱਚ ਚੇਂਜਸ ਆ ਗਈਆਂ ਨੇ, ਲੇਟ ਮੈਰਿਜਸ ਹੋ ਗਈਆਂ, ਕੁਝ ਸਟ੍ਰੈਸ ਔਰ ਟੈਂਸ਼ਨ ਕਪਲਸ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਵਾ। ਆਪਣੇ ਇਨਵਾਇਰਨਮੈਂਟ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਗਿਆ ਹੈ। ਔਰ ਲਾਸਟਲੀ ਡਰੱਗ ਐਡਿਕਸ਼ਨ ਕਰਕੇ ਬਹੁਤ ਸਾਰੇ ਮੇਲਸ ਦੇ ਵਿੱਚ ਸਪਰਮ ਕਾਊਂਟਸ ਘਟ ਗਏ ਨੇ, ਜਿਸ ਕਰਕੇ ਇਨਫਰਟਿਲਿਟੀ ਦੀ ਪ੍ਰੋਬਲਮ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸੋ ਮੈਂ ਇਸ ਪ੍ਰੋਬਲਮ ਨੂੰ ਓਵਰ ਦਾ ਲਾਸਟ 2 ਡਿਕੇਡਸ ਮੈਂ ਦੇਖ ਰਿਹਾ ਕਿ ਬਹੁਤ ਜ਼ਿਆਦਾ ਪੇਸ਼ੈਂਟਸ ਇਨਫਰਟਿਲਿਟੀ ਨਾਲ ਪੀੜਿਤ ਨੇ, ਜਿਸ ਦਾ ਸਾਨੂੰ ਬਹੁਤ ਜ਼ਿਆਦਾ ਮਤਲਬ ਇਸ ਪ੍ਰੋਬਲਮ ਨੂੰ ਟੈਕਲ ਕਰਨ ਵਾਸਤੇ ਮਤਲਬ ਇੰਪੋਰਟੈਂਟ ਔਰ ਨਿਊ ਟ੍ਰੀਟਮੈਂਟਸ ਦੀ ਹੈਲਪ ਨਾਲ ਲੋਕਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਨਾ ਚਾਹੀਦਾ। ਡਾਕਟਰ ਸੋਬਤ, ਇਹ ਤੁਸੀਂ ਦੱਸੋ ਕਿ DUV ਦੇ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਹੁੰਦਾ ਕਿ ਤੁਸੀਂ ਲੈਪਰੋਸਕੋਪਿਕ ਸਰਜਨ ਵੀ ਹੈਗੇ ਹੋ, ਹਿਸਟੈਕਟਮੀ ਹੈਗੀ ਹੈ, ਉਹ 'ਚ ਬੜਾ ਹੁੰਦਾ ਕਿ ਅਸੀਂ ਓਪਨ ਸਰਜਰੀ ਕਰਾਈਏ ਜਾਂ ਆਪਣੇ ਲੈਪਰੋ ਕਰਾਈਏ, ਤੇ ਤੁਸੀਂ ਉਹ ਹਿਸਟੈਕਟਮੀ ਜਿਹੜੀ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੋ? ਸਰ, ਸਾਡੇ ਹਸਪੀਟਲ ਦੇ ਵਿੱਚ ਆਲਮੋਸਟ 2003 ਤੋਂ ਅਸੀਂ ਲੈਪਰੋਸਕੋਪਿਕ ਹਿਸਟੈਕਟਮੀਜ਼, ਲੈਪਰੋਸਕੋਪਿਕ ਮਾਇਓਮੈਕਟਮੀਜ਼ ਮਤਲਬ ਰਸੌਲੀਆਂ ਔਰ ਬੱਚੇਦਾਨੀ ਅਸੀਂ ਦੂਰਬੀਨ ਨਾਲ ਕੱਢ ਰਹੇ ਹੈਗੇ ਹਾਂ। ਮੈਂ ਇਨਫੈਕਟ ਲੁਧਿਆਣਾ ਵਿੱਚ ਵਨ ਆਫ ਦਾ ਫਸਟ ਫਿਊ ਪੀਪਲ ਸੀਗਾ ਜਿਨ੍ਹਾਂ ਨੇ ਲੈਪਰੋਸਕੋਪਿਕ ਸਰਜਰੀ, ਹਿਸਟੈਰੋਸਕੋਪਿਕ ਸਰਜਰੀ ਇੰਟਰੋਡਿਊਸ ਕੀਤੀ ਸੀਗੀ। ਔਰ ਅਸੀਂ ਇਹ ਆਪਰੇਸ਼ਨ ਦੂਰਬੀਨ ਨਾਲ ਕਰਦੇ ਹਾਂ ਬੱਚੇਦਾਨੀ ਕੱਢਣ ਦੇ, ਬੱਚੇਦਾਨੀ ਦੀ ਰਸੌਲੀਆਂ ਨੂੰ ਕੱਢਣ ਦੇ, ਔਰ ਹਿਸਟਰੋਸਕੋਪਿਕ ਸਰਜਰੀਜ਼ ਵੀ ਅਸੀਂ ਇਸ ਹਸਪੀਟਲ 'ਚ ਕਰ ਰਹੇ ਹਾਂ। ਇਹਨਾਂ ਸਰਜਰੀਜ਼ ਦਾ ਮੇਨ ਐਡਵਾਂਟੇਜ ਇਹੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਬਹੁਤ ਕਮ ਬਲੀਡਿੰਗ ਹੁੰਦੀ ਹੈ ਔਰ ਪੇਸ਼ੈਂਟਸ ਦੀ ਰਿਕਵਰੀ ਬਹੁਤ ਫਾਸਟ ਹੈ, ਕਿਉਂਕਿ ਛੋਟੇ-ਛੋਟੇ ਕੱਟਾਂ ਦੇ ਜ਼ਰੀਏ ਅਸੀਂ ਪੇਟ ਦੇ ਵਿੱਚ ਇਨਸਟਰੂਮੈਂਟਸ ਪਾਉਂਦੇ ਹਾਂ, ਲਗਭਗ 5 ਮਿਲੀਮੀਟਰਸ ਦੇ ਕੱਟ ਹੁੰਦੇ ਨੇ, ਔਰ ਇਹ ਛੋਟੇ ਕੱਟਾਂ ਕਰਕੇ ਅਸੀਂ ਵੱਡੇ ਆਪਰੇਸ਼ਨ ਕਰ ਸਕਦੇ ਹਾਂ। ਇੰਨੀ ਟੈਕਨੋਲੋਜੀ ਐਡਵਾਂਸ ਹੋ ਗਈ ਹੈ, नई वैसल सीलिंग मशीन्स आ गई हैं, कुछ इमेजिंग टेक्नोलॉजी बहुत एडवांस हो गई है, तो पेशेंट्स के ये ऑपरेशन मतलब अज किया और शाम को छुट्टी या नैक्सट मॉर्निंग छुट्टी हो जाती है और पेशेंट घर जाके अपना रूटीन काम 3 ਤੋਂ 5 ਦਿਨਾਂ ਦੇ ਵਿੱਚ ਕਰ ਸਕਦਾ ਵਾ। ਬਿਲਕੁਲ ਅਰੋੜਾ ਜੀ ਗੁਪਤ ਰੋਗਾਂ ਦੇ ਮਾਹਰ ਨੇ। ਅਰੋੜਾ ਸਾਹਿਬ, ਕਿਸ ਤਰੀਕੇ ਦੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਤੇ ਚੈਲੰਜ ਉਹਨਾਂ ਦਾ ਸਭ ਤੋਂ ਵੱਡਾ ਕੀ ਹੁੰਦਾ ਹੈ? ਸਾਡੇ ਕੋਲ ਜਿਹੜੇ ਜ਼ਿਆਦਾ ਪੇਸ਼ੈਂਟਸ ਹੁੰਦੇ ਨੇ ਉਹ ਮੇਲਸ ਹੁੰਦੇ ਨੇ, ਦੋਜ਼ ਆਰ ਸਫਰਿੰਗ ਵਿਦ ਇਰੈਕਟਾਈਲ ਡਿਸਫੰਕਸ਼ਨ, ਜਿਹਨੂੰ ਕਹਿੰਦੇ ਨੇ ਕਿ ਇਰੈਕਸ਼ਨ ਪ੍ਰੋਪਰ ਨਹੀਂ ਆਉਂਦਾ, ਔਰ ਪ੍ਰੀਮੈਚੁਰ ਇਜੈਕੂਲੇਸ਼ਨ, ਜਿਹਨੂੰ ਆਮ ਭਾਸ਼ਾ 'ਚ ਲੋਕੀ ਸ਼ਿਗਰ ਪਤਨ ਵੀ ਕਹਿੰਦੇ ਨੇ। ਹੁਣ ਅਕਸਰ ਜਿਹੜੀ ਲੋਕਾਂ ਨੂੰ ਪ੍ਰੋਬਲਮ ਇਹ ਆਉਂਦੀ ਹੈਗੀ ਕਿ ਅੱਜ ਇੱਕ ਕਾਮਨ ਬਿਲੀਫ ਜਿਹਾ ਬਣ ਕੇ ਰਹਿ ਗਿਆ ਹੈ ਕਿ ਜਿੱਦਾਂ ਸੈਕਸ ਪ੍ਰੋਬਲਮਸ ਨਾ ਟਰੀਟ ਹੀ ਨਹੀਂ ਹੋ ਸਕਦੀਆਂ, ਇਹ ਤਾਂ ਗੋਲੀਆਂ ਖਾਣੀਆਂ ਪੈਣੀਆਂ ਨੇ, ਜਦੋਂ ਵੀ ਤੁਸੀਂ ਕੁਝ ਕਰਨਾ ਹੈਗਾ ਜਸਟ ਪੌਪ ਇਨ ਦਾ ਪਿਲ ਐਂਡ ਜੰਪ ਇਨ ਟੂ ਦਾ ਬੈਡ। The reality is in maximum clinics ਇਹ ਜਿਹੜੇ ਇਲਾਜ ਕੀਤੇ ਜਾਂਦੇ ਨੇ ਨਾ ਉਹ ਪ੍ਰੋਬਲਮ ਸੈਂਟਰਿਕ ਅਪਰੋਚ ਦੇ ਨਾਲ ਕੀਤੇ ਜਾਂਦੇ ਨੇ। ਦੈਟ ਮੀਨਸ ਕਿ ਇੱਕ ਪੇਸ਼ੈਂਟ ਕਲੀਨਿਕ ਦੇ ਵਿੱਚ ਆਂਦਾ ਹੈਗਾ ਤੇ ਉੱਥੇ ਡਾਕਟਰ ਸਾਹਿਬ ਨੇ ਉਸ ਪੇਸ਼ੈਂਟ ਦੇ ਉਹਨਾਂ ਸਿੰਪਟਮਸ ਨੂੰ ਦੇਖਣਾ ਤੇ ਉਹਦੇ ਅਕੋਰਡਿੰਗਲੀ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਨੇ। ਮੇਰੇ ਉੱਤੇ ਰੱਬ ਦੀ ਇੱਕ ਖਾਸ ਰਹਿਮਤ ਰਹੀ ਕਿ ਮੈਨੂੰ ਅਮਰੀਕਾ ਦੇ ਵਿੱਚ ਯੂਨੀਵਰਸਿਟੀ ਆਫ ਮਿਸ਼ੀਗਨ ਤੱਕ ਪਹੁੰਚਣ ਦਾ ਮੌਕਾ ਮਿਲਿਆ। ਮੈਂ ਉੱਥੇ ਜਾ ਕੇ ਪੜ੍ਹਿਆ, ਉਹਦੇ ਕਰਕੇ ਮੈਨੂੰ ਜਿਹੜਾ ਰੱਬ ਨੇ ਇੱਕ ਖਾਸ ਇੱਕ ਹੋਰ ਚੀਜ਼ ਬਖਸ਼ੀ ਜਿਹਨੂੰ ਮੈਂ ਕਹਿੰਦਾ ਕਿ ਵੀ ਹੈਵ ਗॉट ਯੂਨੀਕ ਪੇਸ਼ੈਂਟ ਸੈਂਟਰਿਕ ਅਪਰੋਚ। ਸੋ ਜਦੋਂ ਸਾਡੀ ਕਲੀਨਿਕ ਦੇ ਵਿੱਚ ਪੇਸ਼ੈਂਟ ਆਉਂਦੇ ਹੈਗੇ ਨੇ ਤਾਂ ਅਸੀਂ ਖਾਸ ਤੌਰ ਤੇ 5 ਚੀਜ਼ਾਂ ਤੇ ਧਿਆਨ ਦਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਫਿਜ਼ੀਓਲੋਜੀ, ਜਿਹਨੂੰ ਆਪਾਂ ਸਰੀਰ ਕਹਿੰਦੇ ਹਾਂ, ਸਾਈਕੋਲੋਜੀ, ਮੈਂਟਲ ਹੈਲਥ, ਇਮੋਸ਼ਨ, ਯੋਰ ਜਿਹਨੂੰ ਕਹਾਂਗੇ ਕਿ ਭਾਵਨਾਤਮਕ ਰੂਪ 'ਚ ਤੁਸੀਂ ਕਿੱਦਾਂ ਜੀ ਰਹੇ ਹੋ,
ਰਿਲੇਸ਼ਨਸ਼ਿਪ ਤੁਹਾਡੀ ਆਪਦੇ ਸਾਥੀ ਦੇ ਨਾਲ ਕਿੰਨੀ ਹੈਗੀ, ਕਿੱਦਾਂ ਦੀ ਹੈਗੀ ਹੈ, ਤੇ ਪ੍ਰੋਫੈਸ਼ਨਲ ਲਾਈਫ। ਅਸੀਂ ਇਹਨਾਂ 5 ਚੀਜ਼ਾਂ ਤੇ ਧਿਆਨ ਦੇ ਕੇ ਜਦੋਂ ਪੇਸ਼ੈਂਟਸ ਦੀ ਕੇਸਿਸ ਨੂੰ ਡਾਇਗਨੋਜ਼ ਕਰਦੇ ਹਾਂ, ਫਿਰ ਟ੍ਰੀਟਮੈਂਟ ਵੀ ਇਸੇ ਅਪਰੋਚ ਦੇ ਨਾਲ ਕਰਦੇ ਹਾਂ। ਬਿਕੋਜ਼ ਸੈਕਸ ਪ੍ਰੋਬਲਮਸ ਇਹਨਾਂ 5 ਚੀਜ਼ਾਂ ਚੋਂ ਕਿਸੇ ਵੀ ਚੀਜ਼ ਦੇ ਵਿਗੜਨ ਦੇ ਨਾਲ ਸੈਕਸ ਪ੍ਰੋਬਲਮ ਹੋ ਸਕਦੀ ਹੈ, ਐਂਡ ਸੈਕਸ ਲਾਈਫ ਵਿਗੜਨ ਦੇ ਨਾਲ ਇਹਨਾਂ 5 ਚੋਂ ਕੋਈ ਵੀ ਸਮੱਸਿਆ ਹੋ ਸਕਦੀ ਹੈ। ਸੋ ਵਾਈਲ ਡਾਇਗਨੋਸਿਸ or while treatment we focus on all these 5 things, and sometimes people say कि क्या ਤੁਹਾਡੇ ਕੋਲ ਕੋਈ ਮੈਜਿਕ ਰੈਮੇਡੀ ਹੈ ਸੈਕਸ ਪ੍ਰੋਬਲਮਸ ਲਈ? I always say ਭਾਈ ਮੇਰੇ ਕੋਲ ਕੋਈ ਮੈਜਿਕ ਰੈਮੇਡੀ ਨਹੀਂ ਹੈਗੀ ਹੈ, ਬਟ ਸਾਡੇ ਕੋਲ ਉਸ ਰੱਬ ਦੀ ਕਿਰਪਾ ਦੇ ਨਾਲ ਮੈਜਿਕ ਅਪਰੋਚ ਹੈ, ਮੈਜਿਕ ਐਟੀਟਿਊਡ ਹੈ, ਐਂਡ ਮੈਜਿਕ ਐਂਥੂਸੀਆਜ਼ਮ ਹੈ ਟੂ ਹੈਲਪ ਯੂ ਟੂ ਰਿਕਵਰ ਫਰਮ ਦ ਸੈਕਸ ਪ੍ਰੋਬਲਮਸ। ਇੰਪੋਰਟੈਂਸੀ ਜੋ ਹੈ ਮੇਲਸ ਦੇ ਵਿੱਚ ਉਹ ਕੀ ਕਾਰਨ ਮੰਨਦੇ ਹੋ? ਕਿ ਲਾਈਫਸਟਾਈਲ ਦਾ ਚੇਂਜ ਹੈ ਉਹਦੇ ਕਰਕੇ ਇੰਪੋਰਟੈਂਸੀ ਹੋ ਰਹੀ ਹੈ, ਜਾਂ ਕੁਝ ਹੋਰ ਤੁਸੀਂ ਰੀਜ਼ਨ ਮੰਨਦੇ ਹੋ ਇਹਦਾ? ਬੜੇ ਸਾਰੇ ਰੀਜ਼ਨ ਹੈਗੇ ਨੇ। ਲਾਈਫਸਟਾਈਲ ਤਾਂ ਕਾਮਨਲੀ ਅੱਜ ਆਪਾਂ ਹਰ ਪ੍ਰੋਬਲਮ ਵਾਸਤੇ ਬੋਲੀ ਜਾ ਰਹੇ ਹਾਂ ਕਿ ਲਾਈਫਸਟਾਈਲ ਤਾਂ ਹੈਗਾ ਹੀ ਹੈ, ਡਾਈਟ ਵੀ ਹੈਗੀ ਹੈ। ਅੱਜ ਜਿਵੇਂ ਮੈਂ ਹੁਣੇ 5 ਚੀਜ਼ਾਂ ਦੀ ਗੱਲ ਕੀਤੀ ਹੈਗੀ, ਅਗਰ ਤੁਹਾਡੀ ਆਪਦੀ ਪ੍ਰੋਫੈਸ਼ਨਲ ਲਾਈਫ ਇੰਨੀ ਡਿਸਟਰਬਡ ਹੈਗੀ ਹੈ, ਆਈ ਕੈਨ ਅੰਡਰਸਟੈਂਡ ਕਿ ਹੁਣ ਜਿੰਨੇ ਲੋਕੀ ਇੱਥੇ ਬੈਠੇ ਹੈਗੇ ਨੇ ਇਹਨਾਂ 'ਚੋਂ ਬਹੁਤ ਸਾਰੇ ਲੋਕ ਰੈਜ਼ੋਨੇਟ ਕਰਨਗੇ ਕਿ ਬੜੇ ਤਰ੍ਹਾਂ ਦੇ ਸਟ੍ਰੈਸਿਸ ਚੱਲ ਰਹੇ ਨੇ। ਇਟ ਕੈਨ ਬੀ ਫਾਈਨੈਂਸ਼ੀਅਲ ਸਟ੍ਰੈਸ, ਇਟ ਕੈਨ ਬੀ ਕਿ ਡੈਡਲਾਈਨਸ ਨੇ, ਟਾਰਗੇਟ ਓਰੀਐਂਟਡ ਜੌਬਸ ਹੈਗੀਆਂ ਨੇ, ਜਾਂ ਕਿਸੇ ਦੀਆਂ ਨਾਈਟ ਸ਼ਿਫਟ ਜੌਬਸ ਹੈਗੀਆਂ ਨੇ। ਹੁਣ ਅਗਰ ਆਪਾਂ ਨਾਈਟ ਸ਼ਿਫਟ ਜੌਬ ਦੀ ਗੱਲ ਕਰੀਏ ਤਾਂ ਨਾਈਟ ਸ਼ਿਫਟ ਜੌਬਸ ਦੇ ਕਰਕੇ ਵੀ ਇਰੈਕਟਾਈਲ ਡਿਸਫੰਕਸ਼ਨ ਜਾਂ ਪ੍ਰੀਮੈਚੁਰ ਇਜੈਕੂਲੇਸ਼ਨ ਦੀ ਪ੍ਰੋਬਲਮਸ ਆਉਂਦੀਆਂ, ਕਿਉਂਕਿ ਉਹਦੇ ਕਰਕੇ ਕੀ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਸ਼ਿਫਟ ਵਰਕ ਸਲੀਪ ਡਿਸਆਰਡਰ। ਸਟ੍ਰੈਸ ਬਹੁਤ ਵੱਡਾ। ਅੱਛਾ ਡਾਕਟਰ ਸਾਹਿਬ, ਕਰੋਨਾ ਤੋਂ ਬਾਅਦ ਕਿਸ ਤਰੀਕੇ ਦੇ ਮਰੀਜ਼ ਤੁਹਾਡੇ ਕੋਲ ਆਏ? ਕਿਸ ਤਰੀਕੇ ਦੀਆਂ ਚਰਚਾਵਾਂ ਤੁਹਾਡੇ ਕਲੀਨਿਕ ਤੇ ਅਕਸਰ ਹੁੰਦੀਆਂ ਰਹੀਆਂ? ਕੋਵਿਡ ਤੋਂ ਬਾਅਦ ਕੀ ਹੋਇਆ ਹੈ ਕਿ ਜਿੰਨੀਆਂ ਵੀ ਤੁਸੀਂ ਸਟੱਡੀਜ਼ ਅਗਰ ਚੈੱਕ ਕਰੋਗੇ ਕਿ ਕੋਵਿਡ ਦਾ ਸੈਕਸ ਪ੍ਰੋਬਲਮ ਦੇ ਨਾਲ ਜਾਂ ਕੋਵਿਡ ਦਾ ਇੱਕ ਮੇਲ ਦੀ ਪਰਫਾਰਮੈਂਸ ਜਾਂ ਇਰੈਕਸ਼ਨ ਦੇ ਨਾਲ ਕੀ ਰਿਲੇਸ਼ਨਸ਼ਿਪ ਸੀਗਾ, ਤਾਂ ਯੂ ਵਿਲ ਕਮ ਟੂ ਨੋ ਕਿ ਕੋਵਿਡ ਕਿਤੇ ਨਾ ਕਿਤੇ ਆਪਣੇ ਅੰਦਰ ਜਾ ਕੇ ਐਂਡੋਥੀਲੀਅਲ ਡਿਸਫੰਕਸ਼ਨ ਕ੍ਰੀਏਟ ਕਰਦਾ ਹੈ। ਐਂਡੋਥੀਲੀਅਮ ਕੀ ਹੁੰਦੀ ਕਿ ਆਪਣੀ ਆਰਟਰੀਜ਼ ਦੀ ਜਿਹੜੀ ਅੰਦਰ ਵਾਲੀ ਲੇਅਰ ਹੈਗੀ ਹੈ ਉਹਨੂੰ ਐਂਡੋਥੀਲੀਅਮ ਕਹਿੰਦੇ ਨੇ। ਉਸ ਨੇ ਨਾਈਟ੍ਰਿਕ ਆਕਸਾਈਡ ਰਿਲੀਜ਼ ਕਰਨ 'ਚ ਮਦਦ ਕਰਨੀ ਹੈ। ਨਾਈਟ੍ਰਿਕ ਆਕਸਾਈਡ ਦੇ ਨਾਲ ਤੁਹਾਡੀਆਂ ਬਲੱਡ ਵੈਸਲਸ ਜਿਹੜੀਆਂ ਨੇ, ਉਹ ਆਰਟਰੀਜ਼ ਜਿਹੜੀਆਂ ਨੇ ਜਿਹਨੂੰ ਆਪਾਂ ਨਸਾਂ ਕਹਿ ਲਾਂਗੇ ਆਮ ਭਾਸ਼ਾ 'ਚ, ਉਹ ਖੁੱਲ੍ਹਦੀਆਂ ਨੇ ਤੇ ਪੀਨਿਸ ਦੇ ਵਿੱਚ ਬਲੱਡ ਦਾ ਸਰਕੂਲੇਸ਼ਨ ਵੱਧਦਾ ਹੈ। ਅਗਰ ਉਹ ਐਂਡੋਥੀਲੀਅਮ ਡਿਸਫੰਕਸ਼ਨ ਹੋਏਗਾ, ਐਂਡੋਥੀਲੀਅਮ ਹੀ ਗੜਬੜ ਹੋ ਗਿਆ ਜਿਹਦੇ ਕਰਕੇ ਨਾਈਟ੍ਰਿਕ ਆਕਸਾਈਡ ਘੱਟ ਐਕਟੀਵੇਟ ਹੋਣ ਲੱਗ ਗਿਆ, ਤੇ ਫਿਰ ਤੁਹਾਡੀਆਂ ਨਸਾਂ ਖੁੱਲ੍ਹ ਨਹੀਂ ਰਹੀਆਂ ਤੇ ਤੁਹਾਡੇ ਪੀਨਿਸ ਦੇ ਵਿੱਚ ਵੀ ਬਲੱਡ ਪ੍ਰੋਪਰ ਤਰੀਕੇ ਸਰਕੂਲੇਟ ਨਹੀਂ ਹੋ ਰਿਹਾ, ਤਾਂ ਉਹਦਾ ਫਿਰ ਕੋਵਿਡ ਦਾ ਇਫੈਕਟ ਤੁਹਾਡੀ ਇਰੈਕਸ਼ਨ ਤੇ ਵੀ ਆ ਰਿਹਾ। ਡਾਕਟਰ ਸੋਫਰ, ਜੋ ਫਾਈਬਰੋਇਡਸ ਹੈਗੇ ਆ ਉਹਦੇ ਵਾਸਤੇ ਕਿਆ ਇੱਕ ਹੀ ਵਿਕਲਪ ਹੈ ਕਿ ਆਪਰੇਸ਼ਨ ਹੀ ਹੋਏਗਾ? ਜੀ ਸਾਰੇ ਫਾਈਬਰੋਇਡਸ ਰਿਮੂਵ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਬਹੁਤ ਸਾਰੇ ਛੋਟੇ ਫਾਈਬਰੋਇਡਸ ਜਿਹੜੇ ਯੂਟਰਸ ਦੇ ਬਾਹਰਲੇ ਸਾਈਡ ਤੇ ਹੁੰਦੇ ਨੇ ਉਹਨਾਂ ਨੂੰ ਬਿਲਕੁਲ ਰਿਮੂਵਲ ਦੀ ਲੋੜ ਨਹੀਂ ਹੁੰਦੀ। ਉਹ ਪ੍ਰੈਗਨੈਂਸੀ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਕਰਦੇ ਹੈਗੇ। ਜਿਹੜੇ ਪੇਸ਼ੈਂਟਸ ਦੇ ਵਿੱਚ ਫਾਈਬਰੋਇਡਸ ਯੂਟਰਸ ਦੀ ਲਾਈਨਿੰਗ ਨੂੰ ਡਿਸਟੋਰਟ ਕਰਦੇ ਨੇ ਜਾਂ ਐਂਡੋਮੈਟਰੀਅਮ ਨੂੰ ਡਿਸਟੋਰਟ ਕਰਦੇ ਆ, ਜਿਨ੍ਹਾਂ ਦਾ ਸਾਈਜ਼ ਮੋਰ ਦੈਨ 5 ਸੈਂਟੀਮੀਟਰਸ ਹੋਵੇ, ਉਹੀ ਬਾਂਝਪਨ ਦੀ ਪ੍ਰੋਬਲਮ ਜ਼ਿਆਦਾਤਰ ਪੈਦਾ ਕਰਦੇ ਨੇ। ਜਾਂ ਜਿਹੜੇ ਪੇਸ਼ੈਂਟਸ ਦੇ ਵਿੱਚ ਹੈਵੀ ਪੀਰੀਅਡਸ ਦੀ ਪ੍ਰੋਬਲਮ ਹੋਵੇ, ਉਹਨਾਂ ਪੇਸ਼ੈਂਟਸ ਦੇ ਵਿੱਚ ਵੀ ਇਹ ਪ੍ਰੋਬਲਮ ਆ ਸਕਦੀ ਹੈ। ਇਨਫਰਟਿਲਿਟੀ ਬਹੁਤ ਵੱਡੀ ਪ੍ਰੋਬਲਮ ਹੈ ਰਸੌਲੀਆਂ ਕਰਕੇ। ਜਿਹੜੇ ਸਾਡਾ ਇਨਫਰਟਿਲਿਟੀ ਸੈਂਟਰ ਹੈ ਉੱਥੇ ਅਸੀਂ ਬਹੁਤ ਸਾਰੇ ਨਵੇਂ ਇਲਾਜ ਇਸ ਵੇਲੇ ਮਰੀਜ਼ਾਂ ਨੂੰ ਦੇ ਰਹੇ ਹਾਂ, ਜਿਸ ਦੇ ਨਾਲ ਪ੍ਰੈਗਨੈਂਸੀ ਹੋਣ ਦੇ ਵਿੱਚ ਫਾਇਦਾ ਹੁੰਦਾ ਮਰੀਜ਼ਾਂ ਨੂੰ, ਜਿਵੇਂ IUI, IVF, ICSI, IMSI, ਲੇਜ਼ਰ ਹੈਚਿੰਗ। ਆ ਸਾਰੀ ਲੇਟੈਸਟ ਟੈਕਨੀਕ ਸਾਡੇ ਸੈਂਟਰ ਦੇ ਵਿੱਚ ਅਵੇਲੇਬਲ ਨੇ, ਔਰ ਇਹ ਸੈਂਟਰਸ ਨੇ ਇਹ ਟ੍ਰੀਟਮੈਂਟਸ ਦੇ ਕਾਰਨ ਸਾਡੇ ਸੈਂਟਰ ਦੇ ਵਿੱਚ ਇਨਫਰਟਿਲਿਟੀ ਦਾ ਟ੍ਰੀਟਮੈਂਟ ਬਹੁਤ ਕਾਮਯਾਬੀ ਨਾਲ ਕੀਤਾ ਜਾ ਰਿਹਾ, ਔਰ ਇਹਦਾ ਸਕਸੈਸ ਰੇਟ ਕਾਫੀ ਗੁਣਾ ਵੱਧ ਚੁੱਕਾ ਵਾ। ਜਿਹੜੇ ਪੇਸ਼ੈਂਟਸ ਅੱਜ ਤੋਂ ਕੁਝ ਸਾਲ ਪਹਿਲਾਂ ਬਾਂਝਪਨ ਦੀ ਪ੍ਰੋਬਲਮ ਦੇ ਨਾਲ ਪੀੜਿਤ ਸਨ, ਕਿਨਾਂ ਸੇ ਫਾਈਬਰੋਇਡ ਸੀਗੇ, ਟਿਊਬਸ ਬੰਦ ਸੀਗੀਆਂ, ਜਾਂ ਕਈ ਵਾਰ ਪੇਸ਼ੈਂਟਸ ਦੇ ਵਿੱਚ ਐਂਡੋਮੈਟ੍ਰੋਟਿਕ ਸਿਸਟ ਹੁੰਦੇ ਨੇ, ਜਾਂ ਕਈ ਵਾਰ ਐਗ ਨਹੀਂ ਬਣਦੇ, ਜਾਂ ਕਈ ਵਾਰ ਸੀਮਨ ਦੀ ਪ੍ਰੋਬਲਮ ਹੁੰਦੀ ਹੈ, ਉਹ ਸਾਰੇ ਮਰੀਜ਼ਾਂ ਦੇ ਵਿੱਚ ਸਾਡੇ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਹੋ ਰਿਹਾ ਹੈ। ਔਰ ਇਹ ਅਸਿਸਟਿਡ ਰੀਪਰੋਡਕਟਿਵ ਟੈਕਨੀਕਸ ਦੇ ਦੁਆਰਾ ਅਸੀਂ ਆਪਣਾ ਇਨਫਰਟਿਲਿਟੀ ਸਕਸੈਸ ਰੇਟ, ਟ੍ਰੀਟਮੈਂਟ ਦਾ ਸਕਸੈਸ ਰੇਟ ਕਾਫੀ ਜ਼ਿਆਦਾ ਵਧਾ ਦਿੱਤਾ ਵਾ। ਔਰ ਇਸ ਮੰਚ ਦੇ ਰਾਹੀਂ ਮੈਂ ਸਾਰੇ ਦਰਸ਼ਕਾਂ ਨੂੰ ਜੋ ਇਨਫਰਟਿਲਿਟੀ ਦੀ ਪ੍ਰੋਬਲਮਸ ਦੇ ਨਾਲ ਪੀੜਿਤ ਨੇ ਜਾਂ ਜਿਨ੍ਹਾਂ ਦੇ ਬੱਚੇਦਾਨੀਆਂ ਦੇ ਵਿੱਚ ਰਸੌਲੀਆਂ ਨੇ, ਆ ਕਹਿਣਾ ਚਾਹਾਂਗਾ ਕਿ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ। ਅੱਜ ਕੱਲ੍ਹ ਬਹੁਤ ਸਾਰੇ ਨਵੇਂ ਟ੍ਰੀਟਮੈਂਟਸ ਆ ਗਏ हैं। ਸਾਇੰਸ ਨੇ ਕਾਫੀ ਜ਼ਿਆਦਾ ਤਰੱਕੀ ਕਰ ਲਈ ਹੈ, ਜਿਹਦੇ ਕਰਕੇ ਮਤਲਬ ਕੋਈ ਮਾਯੂਸੀ ਵਾਲੀ ਗੱਲ ਨਹੀਂ ਹੈ। ਅੱਜ ਕੱਲ੍ਹ ਨਵੀਆਂ ਵਿਧੀਆਂ ਦੇ ਨਾਲ ਬੱਚਾ ਵੀ ਪੈਦਾ ਹੋ ਸਕਦਾ ਹੈ। ਜੇ ਕਿਸੇ ਨੂੰ ਯੂਟਰਸ ਰਿਮੂਵ ਕਰਾਉਣਾ ਹੋਵੇ, ਕਿਸੇ ਨੇ ਬੱਚੇਦਾਨੀ ਦੀ ਰਸੌਲੀਆਂ ਕਢਾਉਣੀਆਂ ਹੋਣ, ਜਾਂ ਕਿਸੇ ਦੀ ਟਿਊਬਾਂ ਬੰਦ ਹੋਣ, ਜਾਂ ਕਈ ਵਾਰ ਯੂਟਰਾਈਨ ਸੈਪਟਮਸ ਹੁੰਦੇ ਨੇ, ਉਹ ਲੈਪਰੋਸਕੋਪੀ ਜਾਂ ਹਿਸਟਰੋਸਕੋਪਿਕ ਸਰਜਰੀਜ਼ ਦੇ ਨਾਲ ਇਹਦਾ ਬਹੁਤ ਹੀ ਕਾਮਯਾਬੀ ਦੇ ਨਾਲ ਟ੍ਰੀਟਮੈਂਟ ਹੋ ਸਕਦਾ ਹੈ। ਆ ਰਿਲੇਟਿਵਲੀ ਨਿਊ ਟੈਕਨੀਕਸ ਹੈ, ਜਿਹਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਦਿੱਲੀ, ਬੰਬੇ ਜਾਣਾ ਪੈਂਦਾ ਸੀ ਕੁਝ ਸਾਲ ਪਹਿਲਾਂ, ਪਰ ਹੁਣ ਆ ਟੈਕਨੀਕ ਸਾਰੀ ਲੁਧਿਆਣਾ ਦੇ ਵਿੱਚ ਹੀ ਅਵੇਲੇਬਲ ਨੇ, ਜਿਸ ਦੇ ਨਾਲ ਲੁਧਿਆਣਾ ਵਿੱਚ ਵੀ, ਹੋਰ ਸ਼ਹਿਰਾਂ 'ਚ ਵੀ ਜ਼ਰੂਰ ਹੁੰਦੇ ਹੋਣਗੇ,
ਹੋਏਗੀ ਜ਼ਰੂਰ ਆ, ਜਿਸ ਦੇ ਨਾਲ ਯੂਟਰਾਈਨ ਸੈਪਟਮਸ ਕੱਟੇ ਜਾ ਸਕਦੇ ਹਨ, ਬਾਈਕੋਰਨੇਟ ਯੂਟਰਸ ਦਾ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ, ਐਂਡੋਮੈਟ੍ਰੋਸਿਸ ਦਾ ਟ੍ਰੀਟਮੈਂਟ ਕੀਤਾ ਜਾ ਸਕਦਾ। ਔਰ ਬਿਲਕੁਲ patients ਦੀ- ਵੱਖ-ਵੱਖ ਜਿਹੜੀਆਂ ਟੈਕਨੀਕਸ ਤੁਸੀਂ ਹਾਂਜੀ। ਅਮਲ 'ਚ ਲਿਆ ਕੇ ਇਹ ਬਹੁਤ ਹੀ ਲੋਕਾਂ ਦਾ ਐਡਵਾਂਸਡ ਭਲਾ ਕਰ ਸਕਦੇ ਹੋ। ਟੈਕਨੀਕਸ ਹੈ ਜੋ ਬਾਹਰਲੇ ਮੁਲਕਾਂ ਦੇ ਵਿੱਚ ਕੀਤੀਆਂ ਜਾਂਦੀਆਂ ਸੀ, ਉਹ ਸਾਰੀ ਟੈਕਨੋਲੋਜੀ ਪੰਜਾਬ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਵੱਖ-ਵੱਖ ਡਾਕਟਰਸ ਲਿਆਏ ਹੈਗੇ ਨੇ। ਸੋ ਪੇਸ਼ੈਂਟਸ ਨੂੰ ਇੱਕ ਅੱਛਾ ਸੈਂਟਰ ਲੱਭਣਾ ਚਾਹੀਦਾ ਜਿੱਥੇ ਸਕਸੈਸ ਰੇਟਸ ਅੱਛੇ ਹੋਣ, ਆ ਸਾਰੀ ਸਰਜਰੀਜ਼ ਹੋਣ। ਔਰ ਇਨਫੈਕਟ ਅੱਜ ਕੱਲ੍ਹ ਇਹ ਟੈਕਨੋਲੋਜੀ ਕਰਕੇ ਬਹੁਤ ਸਾਰੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਫਾਇਦਾ ਹੋਇਆ ਹੈ ਜੀ ਜਿਸ ਦੇ ਨਾਲ ਪੇਸ਼ੈਂਟਸ ਦੇ ਪ੍ਰੈਗਨੈਂਸੀਜ਼ ਬਿਲਕੁਲ ਹੋਈਆਂ ਨੇ। ਮਲਹੋਤਰਾ ਜੀ, ICU ਦੇ ਵਿੱਚ ਦੇਖੋ ਬਹੁਤ ਕ੍ਰਿਟੀਕਲ ਪੇਸ਼ੈਂਟਸ ਹੁੰਦੇ ਆ ਪੇਸ਼ੈਂਟ, ਸੋ ਕਈਆਂ 'ਚ ਤਾਂ ਇੱਕ ਦੋ ਸਾਹ ਹੀ ਹੁੰਦੇ ਆ। ਚੈਲੰਜ ਕਿੰਨਾ ਵੱਡਾ ਹੁੰਦਾ ਕਿਉਂਕਿ ਤੁਸੀਂ ਉਹਨਾਂ ਮਰੀਜ਼ਾਂ ਨੂੰ ਰੋਜ਼ ਦੇਖਦੇ ਹੋ ਜਿਹੜੇ ਜ਼ਿੰਦਗੀ ਤੇ ਮੌਤ ਦੀ ਜੰਗ ਤਾਂ ਜ਼ਰੂਰ ਲੜਦੇ ਆ, ਜਿਹੜੇ ਬਿਲਕੁਲ ਬਰੋਡ ਕਈ ਵਾਰ ਡੈਡ ਹੁੰਦੇ ਆ, ਤਾਂ ਕਿਸ ਤਰੀਕੇ ਨਾਲ ਰਿਕਵਰ ਕੀਤਾ ਜਾਂਦਾ, ਕਿਉਂਕਿ ਤੁਹਾਡਾ ਇੱਕ ਮੈਸੇਜ ਪੂਰੇ ਪੰਜਾਬ ਪੂਰੇ ਵਰਲਡ ਨੂੰ ਬਹੁਤ ਕੀਮਤੀ ਜਿਹੜਾ ਹੈ ਉਹ ਸੰਦੇਸ਼ ਦੇ ਸਕਦਾ ਹੈ। ਸਾਡੇ ਕੋਲ ਕੋਈ ਵੀ ਪੇਸ਼ੈਂਟ ਆਏ, ਚਾਹੇ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈ, ਚਾਹੇ ਨਿਊਰੋ, ਕਾਰਡੀਅਕ, ਹੈਪੇਟਿਕ, ਰੀਨਲ, ਕੋਈ ਵੀ ਤਰ੍ਹਾਂ ਦਾ ਪੇਸ਼ੈਂਟ ਆਏ, ਚਾਹੇ ਉਹ ਐਕਸੀਡੈਂਟਲ ਹੈ ਜਾਂ ਚਾਹੇ ਕੋਈ ਆਪਣੀ ਬਿਮਾਰੀ ਕਰਕੇ, ਫਿਜ਼ੀਓਲੋਜੀਕਲ ਬਿਮਾਰੀ ਕਰਕੇ ਜਾਂ ਪੈਥੋਲੋਜੀਕਲ ਬਿਮਾਰੀ ਕਰਕੇ ਉਹ ਸਾਡੇ ਕੋਲ ਪਹੁੰਚਿਆ ਹੈ। ਕਿਸੇ ਨੂੰ CV ਹੋ ਗਿਆ, ਕਿਸੇ ਨੂੰ ਹਾਰਟ ਅਟੈਕ ਹੋ ਗਿਆ ਹੈ। ਹੁਣ ਇੰਨੀਆਂ ਸਾਰੀਆਂ ਚੀਜ਼ਾਂ ਆ ਗਈਆਂ ਜਿਹਦੇ ਕਰਕੇ ਅਸੀਂ ਨੌਨ ਇਨਵੇਸਿਵ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਮੈਨੇਜ ਕਰ ਸਕਦੇ ਹਾਂ। ਜਿਸ ਤਰ੍ਹਾਂ ਪਹਿਲੇ ਅੱਜ ਤੋਂ ਅਗਰ ਪਿੱਛੇ ਚੱਲ ਜਾਈਏ 20-25 ਸਾਲ ਪਿੱਛੇ ਜਾਂ 15 ਸਾਲ ਪਿੱਛੇ ਚੱਲ ਜਾਈਏ, ਕੈਥ ਲੈਬਸ ਨਹੀਂ ਹੁੰਦੀਆਂ ਸੀ। ਪੇਸ਼ੈਂਟਸ ਆਉਂਦਾ ਸੀ ਔਰ ਬਹੁਤ ਸਾਰੇ ਪੇਸ਼ੈਂਟਸ ਨਹੀਂ ਬਚ ਪਾਉਂਦੇ ਸੀ ਜਿਨ੍ਹਾਂ ਨੂੰ ਹਾਰਟ ਅਟੈਕ ਆਉਂਦੇ ਸੀ। ਅੱਜ ਦੀ ਡੇਟ 'ਚ ਸਾਰੀਆਂ ਕੈਥ ਲੈਬਸ ਆ ਗਈਆਂ ਸਾਡੇ ਕੋਲ, ਔਰ ਜਿਹੋ ਜਿਹਾ ਮਰਜ਼ੀ ਸਾਡੇ ਕੋਲ ਹਾਰਟ ਅਟੈਕ ਦਾ ਪੇਸ਼ੈਂਟ ਆਏ, ਔਰ ਜਿਹੜੇ ਸਾਡੇ ਕਾਰਡੀਓਲੋਜਿਸਟ ਹੈ, ਇਹ ਇੰਟਰਵੈਨਸ਼ਨਲ ਕਾਰਡੀਓਲੋਜਿਸਟ ਹੈ, ਉਹ ਖੇਡਣ, ਉਹਨੂੰ ਦੇ ਲਵ ਟੂ ਪਲੇ ਵਿਦ ਦੀ ਆਰਟਰੀਜ਼ ਆਫ ਦੀ ਹਾਰਟ। ਉਹ ਇੰਨਾ ਅੱਛਾ ਉਹਨਾਂ ਦੇ ਹੱਥ ਸੈੱਟ ਹੋ ਗਏ ਹੈ, ਕਿਸੇ ਵੀ ਜਗ੍ਹਾ ਤੇ ਕੋਈ ਵੀ ਬਲੋਕੇਜ ਹੋਵੇ ਇਮੀਡੀਏਟਲੀ ਉੱਥੇ ਸਟੈਂਟ ਪਾ ਕੇ ਪੇਸ਼ੈਂਟ ਨੂੰ ਇਮੀਡੀਏਟਲੀ ਰਿਕਵਰ ਕਰਾ ਦਿੰਦੇ ਔਰ ਅਗਲੇ ਦਿਨ ਛੁੱਟੀ ਹੋ ਜਾਂਦੀ ਹੈ। ਡਾਕਟਰ ਦੀਪਕ, ਜੋ ਪੇਸ਼ੈਂਟ ਹੈ ਉਹ ਮੈਡੀਸਨ ਨਾ ਖਾਏ, ਗੋਲੀ ਨਾ ਖਾਏ, ਤੁਸੀਂ ਕਹਿੰਦੇ ਗੋਲੀ ਖਾ ਕੇ ਜਾਂਦਾ ਹੈ, ਬੈੱਡ ਤੇ ਪਹੁੰਚਦਾ ਹੈ, ਕੀ ਕਰੇ? ਉਹਦੇ ਕੋਲ ਹੱਲ ਕੀ ਹੈ? ਦੇਖੋ, ਕੁਝ ਚੀਜ਼ਾਂ ਇੱਦਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਪੇਸ਼ੈਂਟ ਸ਼ੁਰੂਆਤੀ ਦੌਰ 'ਚ, ਕਿਉਂਕਿ ਜਦੋਂ ਇਰੈਕਟਾਈਲ ਡਿਸਫੰਕਸ਼ਨ ਹੋਣਾ ਹੈਗੇ, ਇਹ ਇੱਕੋ ਦਮ ਤਾਂ ਸੀਵੀਅਰ ਤੇ ਨਹੀਂ ਪਹੁੰਚ ਜਾਣਾ ਨਾ। ਸ਼ੁਰੂਆਤ ਹੋਣੀ ਹੈਗੀ ਮਾਈਲਡ ਇਰੈਕਟਾਈਲ ਡਿਸਫੰਕਸ਼ਨ ਦੀ, ਫਿਰ ਮੋਡਰੇਟ ਤੇ ਜਾਣਾ, ਫਿਰ ਸੀਵੀਅਰ ਤੇ ਇਹਨੇ ਪਹੁੰਚਣਾ ਹੈਗਾ। ਜਾਂ ਕੁਝ ਲੋਕੀ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੂੰ ਅੱਜ ਦੀ ਘੜੀ ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਫਿਊਚਰ ਬਾਰੇ ਟੈਨਸ਼ਨ ਹੁੰਦੀ ਹੈ। ਬਿਲਕੁਲ, ਫਿਊਚਰ ਬਾਰੇ ਜਿਹੜੀ ਟੈਨਸ਼ਨ ਹੈ ਉਸੇ ਨੂੰ ਹੀ ਅਸੀਂ ਦੂਰ ਕਰਨ ਦੇ ਲਈ ਉਸ ਦੀ ਅਗਰ ਆਪਾਂ ਗੱਲ ਕਰੀਏ, ਤੁਸੀਂ ਆਪਣੇ ਰੂਟੀਨ ਲਾਈਫ ਦੇ ਵਿੱਚ ਅਗਰ ਕੁਝ ਚੀਜ਼ਾਂ ਨੂੰ ਐਡ ਕਰਦੇ ਹੋ, ਸਭ ਤੋਂ ਪਹਿਲਾਂ ਤਾਂ ਕਮ ਸੇ ਕਮ 40 ਮਿੰਟ ਦੀ ਬ੍ਰਿਸਕ ਵਾਕ ਤੁਸੀਂ ਆਪਣੀ ਲਾਈਫ 'ਚ ਐਡ ਕਰੋ। ਉਸ ਤੋਂ ਬਾਅਦ ਸੁਬਾਹ ਜਦੋਂ ਤੁਸੀਂ ਉੱਠਦੇ ਹੋ ਉਦੋਂ ਤੁਸੀਂ ਖਾਲੀ ਪੇਟ ਜਿਹੜੀ ਮੇਥੀ ਹੁੰਦੀ ਹੈ, ਮੇਥੀ ਦੋ ਤਰ੍ਹਾਂ ਦੀ ਆਉਂਦੀ, ਇੱਕ ਮੋਟੇ ਦਾਣਿਆਂ ਵਾਲੀ, ਇੱਕ ਬਰੀਕ ਦਾਣਿਆਂ ਵਾਲੀ। ਬਰੀਕ ਦਾਣਿਆਂ ਵਾਲੀ ਮੇਥੀ ਦਾ ਤੁਸੀਂ ਪਾਊਡਰ ਬਣਾ ਕੇ ਅੱਧੇ ਤੋਂ 1 ਚਮਚ, ਗਰਮੀ ਦੇ ਵਿੱਚ ਘੱਟ ਤੇ ਸਰਦੀਆਂ ਜ਼ਿਆਦਾ, ਉਹ ਤੁਸੀਂ ਸੁਬਾਹ ਖਾਲੀ ਪੇਟ ਪਾਣੀ ਨਾਲ ਲੈ ਸਕਦੇ ਹੋ, ਕੋਸੇ ਪਾਣੀ ਨਾਲ ਲੈ ਸਕਦੇ ਹੋ। ਤੇ ਜਦੋਂ ਅਸੀਂ ਬ੍ਰੇਕਫਾਸਟ ਕਰਨਾ ਹੈਗਾ ਉਸ ਟਾਈਮ ਤੇ ਅਗਰ ਤੁਸੀਂ ਜਿਹਨੂੰ ਵਾਟਰਮੈਲਨ ਕਹਿੰਦੇ ਨੇ, ਤਰਬੂਜ ਕਹਿੰਦੇ ਨੇ, ਉਹਦਾ ਜੂਸ ਬਣਾ ਕੇ ਅਗਰ 1 ਜਾਂ 2 ਗਲਾਸਿਸ ਪੀਂਦੇ ਹੋ, ਕਿਉਂਕਿ ਤਰਬੂਜ ਦੇ ਵਿੱਚ ਨੈਚੁਰਲ ਤੌਰ ਤੇ ਐਲ-ਸਿਟਰੋਲਿਨ ਹੁੰਦਾ ਹੈ। ਐਲ-ਸਿਟਰੋਲਿਨ ਨਾਈਟ੍ਰਿਕ ਆਕਸਾਈਡ ਨੂੰ ਵਧਾਉਣ 'ਚ ਬਹੁਤ ਮਦਦ ਕਰੇਗਾ। ਤੇ ਰਾਤੀ ਤੁਸੀਂ ਥੋੜੀ ਜਿਹੀ ਦਾਲਚੀਨੀ 1/4 ਤੋਂ ਲੈ ਕੇ ½ ਟੀਸਪੂਨ, ਡਿਪੈਂਡਸ ਫਿਰ ਉਹ ਵੈਦਰ ਤੇ, ਗਰਮੀਆਂ ਦੇ ਵਿੱਚ ਘੱਟ ਲੈਣੀ ਹੈ। ਤੁਸੀਂ ਕੋਸੇ ਦੁੱਧ ਨਾਲ ਜੇ ਲੈਂਦੇ ਹੋ ਤਾਂ ਉਹ ਬਹੁਤ ਚੰਗੀ ਹੋਏਗੀ। ਜਿਹੜੀ ਦਾਲਚੀਨੀ ਤੇ ਮੇਥੀ ਹੈ ਇਹ ਤੁਹਾਡੇ ਟੈਸਟੋਸਟਰੋਨ ਲੈਵਲ ਨੂੰ ਵਧਾਉਣ 'ਚ ਮਦਦ ਕਰੇਗੀ, ਤੇ ਜਿਹੜਾ ਤਰਬੂਜ ਹੋਏਗਾ ਉਹ ਤੁਹਾਡੇ ਨਾਈਟ੍ਰਿਕ ਆਕਸਾਈਡ ਨੂੰ ਵਧਾਉਣ 'ਚ ਮਦਦ ਕਰੇਗਾ, ਤੇ ਤੁਹਾਡੀ ਜਿਹੜੀ ਐਕਸਰਸਾਈਜ਼ ਹੈਗੀ ਹੈ ਤੁਹਾਡੀ ਓਵਰਆਲ ਲਾਈਫ ਨੂੰ ਹੈਲਪ ਕਰੇਗੀ। ਇੱਕ ਚੀਜ਼ ਵਿੱਚ ਹੋਰ ਕਹਿਣਾ ਚਾਹੂੰਗਾ, ਆਪਣੇ ਇੱਕ ਪੈਨਲਿਸਟ ਨੇ ਬਹੁਤ ਅੱਛੀ ਗੱਲ ਕੀਤੀ ਸੀਗੀ ਕਿ ਤੁਸੀਂ ਗਾਰਲਿਕ ਖਾਇਆ ਕਰੋ। 1 ਬਲਬ ਆਫ ਗਾਰਲਿਕ, ਜਿਹੜਾ ਉਹਨਾਂ ਨੇ ਕਿਹਾ ਕਿ ਦੇਸੀ ਗਾਰਲਿਕ ਖਾਇਆ ਕਰੋ। ਮੈਂ ਉਹਨੂੰ ਇੱਕ ਚੀਜ਼ ਥੋੜਾ ਜਿਹਾ ਕਰੈਕਟ ਕਰਨਾ ਚਾਹੂੰਗਾ। ਉਹਨਾਂ ਨੇ ਬਹੁਤ ਅੱਛੀ ਗੱਲ ਕੀਤੀ ਹੈ ਕਿ ਜ਼ਰੂਰ ਖਾਣਾ ਚਾਹੀਦਾ ਹੈ, ਬਟ ਗਾਰਲਿਕ ਦਾ ਜਿਹੜਾ ਐਕਟਿਵ ਕੰਪਾਊਂਡ ਹੁੰਦਾ ਹੈਗਾ ਦੈਟ ਇਜ਼ ਕਾਲਡ ਐਲਿਸਿਨ। ਅਗਰ ਤੁਸੀਂ ਗਾਰਲਿਕ ਖਾ ਰਹੇ ਹੋ ਤਾਂ ਐਲਿਸਿਨ ਅਗਰ ਐਕਟੀਵੇਟਡ ਨਹੀਂ ਹੋਇਆ, ਟੈਕਨੀਕ ਦੇ ਕਿੱਦਾਂ ਕਰੋਗੇ? ਤਾਂ ਤੁਸੀਂ ਜਦੋਂ ਵੀ ਗਾਰਲਿਕ ਖਾਣਾ ਹੈਗਾ ਤੁਸੀਂ ਉਹਨੂੰ ਪਤਲੀ ਸਲਾਈਸਿਸ, ਬਰੀਕ ਜਾਂ ਉਹਨੂੰ ਕੱਟ ਕੇ ਥੋੜੀ ਦੇਰ ਲਈ ਰੱਖ ਦਿਓ, 10-15 ਮਿੰਟ ਉਹ ਪਿਆ ਰਹੇਗਾ, ਉਹਨੂੰ ਹਵਾ ਲੱਗੇਗੀ ਤਾਂ ਉਹਦਾ ਐਲਿਸਿਨ ਐਕਟੀਵੇਟ ਹੋ ਜਾਏਗਾ। ਉਸ ਤੋਂ ਬਾਅਦ ਫਿਰ ਤੁਸੀਂ ਖਾ ਲਓ, ਫਿਰ ਤੁਸੀਂ ਪਾਣੀ ਨਾਲ ਖਾਣਾ ਹੈ, ਚਿਊ ਕਰਨਾ ਹੈ, ਦੈਟਸ ਐਂਟਾਇਰਲੀ ਯੋਰ। ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ ਮਹਿਮਾਨਾਂ ਦਾ। ਸੋ ਵੱਖ-ਵੱਖ ਹਿੱਸਿਆਂ ਤੇ ਸਿਹਤ ਨਾਲ ਸੰਬੰਧਿਤ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਹਾਡਾ ਧੰਨਵਾਦ ਹੈ ਜੀ ਜਿਹੜਾ ਤੁਸੀਂ ਸਭ ਨੂੰ ਮੌਕਾ ਦਿੱਤਾ ਇਸ ਪਲੇਟਫਾਰਮ। ਥੈਂਕ ਯੂ ਸੋ ਮਚ, ਥੈਂਕ ਯੂ।